ਤੇ ਜਦੋਂ ਗਿਆ ਭਾਈ ਉਹ ਕੁੜੀ ਦੇ ਹੁਣ ਐਂ ਦੀ ਮੇਰਾ ਪਤੀ ਆ ਪਾ ਕੇ ਟੂਮਾ ਚੰਗੇ ਗਹਿਣੇ ਜੇ ਰੋਟੀ ਲੈ ਕੇ ਆਈ ਦੇਖ ਕੇ ਭੱਜ ਲਿਆ ਵੀ ਤਾਂ ਡੈਣ ਆ ਮੈਨੂੰ ਤਾਂ ਖਾਣਾ ਹੀ ਹੈ। ਭੱਜਿਆ ਭਾਈ ਉਹ ਤਾਂ ਕੁੜੀ ਦਾ ਕਹੇ ਤੂੰ ਰੋਟੀ ਖਾ ਲਾ ਉਹਨੇ ਕਿਹਾ ਇਹਨੂੰ ਕੀ ਹੋ ਗਿਆ ਦੇਖੋ ਧੱਕਾ ਬਾਰ ਤੋਂ ਜੋ ਉੱਡਾ ਜਾ ਕੇ ਨਦੀ ਛਾਲ ਮਾਰੀ ਕਹਿੰਦਾ ਹੁਣ ਨਹੀਂ ਛੱਡਦੀ ਖਾ ਜੂ। ਜਦੋਂ ਨਦੀ ਦੇ ਵਿੱਚ ਛਾਲ ਮਾਰੀ ਤੇ ਕਾਲ ਕਹਿਣ ਜਦੋਂ ਨਦੀ ਦੇ ਵਿੱਚ ਜਾ ਡਿੱਗਿਆ ਕਾਲ ਨੇ ਫੇਰ ਪੁੱਛਿਆ ਕਿਸਮਤ ਨੂੰ ਕਹਿੰਦਾ ਕਿਉਂ ਕਹਿੰਦੀ ਵੀ ਮੈਂ ਤਾਂ ਹਾਰ ਗਈ ਜ਼ੋਰ ਲਾ ਲਿਆ ਕਹਿੰਦੀ ਇਹ ਜੱਟ ਨਹੀਂ ਲੋਟ ਆਇਆ ਮੇਰੇ ਹੱਥ ਖੜੇ ਨੇ ਹੁਣ ਤੂੰ ਕਰ ਕੁਛ। ਕਹਿੰਦਾ ਲੈ ਫਿਰ ਭਾਈ ਜਦੋਂ ਘਰੇ ਕੁੜੀ ਆਪਦੇ ਪਿਓ ਨੂੰ ਕਹਿੰਦੀ ਬਾਪੂ ਮੂਰਖ ਨਾ ਵਿਆਹਤੀ ਤੇ ਤਾਂ ਮੈਂ ਕਹਿੰਦਾ ਕਿਉਂ ਪੁੱਤ ਕਹਿੰਦੀ ਮੈਂ ਤਾਂ ਰੋਟੀ ਦੇ ਕੇ ਆਈ ਹਾਂ ਮੈਨੂੰ ਤਾਂ ਧੱਕਾ ਦੇ ਕੇ ਸਿੱਟ ਗਿਆ ਕਹਿੰਦਾ ਖਾ ਲਈ ਉਹ ਖਾ ਲਈ ਕਰਦਾ ਤੂੰ ਜਮੀ ਮੂਰਖ ਨੂੰ ਵਿਆਹਤੀ ਤੂੰ ਬਾਦਸ਼ਾਹ ਤੂੰ ਸੋਚਦਾ ਕੁਛ। ਉਹ ਕਹਿੰਦਾ ਹਾਂ ਕੀ ਕਹਿੰਦੀ ਆਦੇ ਮੇਰੇ ਤਾਂ ਕਹਿੰਦੀ ਸਿਰ ਵੱਜਿਆ ਧਰਤੀ 'ਚ ਬਥੇਰਾ ਕਿਆ ਖੜ ਜਾ ਕਹਿੰਦੀ ਸੁਣਿਆ ਹੀ ਨਹੀਂ। ਰਾਜਾ ਕਹਿੰਦਾ ਐਂ ਕਰੋ ਪੁਲਿਸਾਂ ਨੂੰ ਕਹਿੰਦਾ ਜਾਂ ਫੜ ਕੇ ਲਿਓ ਫਾਹੇ ਦੇਵਾਂਗੇ ਇਹਨੂੰ। ਭਾਈ ਜਦੋਂ ਜਾ ਕੇ ਪੱਤਣ ਜੀ ਦੇ ਬੈਠਾ ਦੀ ਭੇਜਿਆ ਜਾ ਕਹਿੰਦੇ ਆ ਜਾ ਉਰੇ। ਕਹਿੰਦਾ ਮੈਥੋਂ ਕੀ ਕਰਾਉਣਾ ਯਾਰ ਕਹਿੰਦੇ ਰਾਜੇ ਦੀ ਕੁੜੀ ਨੂੰ ਧੱਕਾ ਦੇ ਕੇ ਆ ਗਿਆ ਉਹ ਤੈਨੂੰ ਵਿਆਹੀ ਦੀ ਚੱਲ ਉੱਥੇ ਕਹਿੰਦਾ ਕੀ ਕਰੋਗੇ ਕਹਿੰਦੇ ਫਾਹੇ ਦੇਵਾਂਗੇ। ਬਾਦਸ਼ਾਹ ਦਾ ਹੁਕਮਾਂ ਲਾ ਲਈਆਂ ਹੱਥ ਕੜੀਆਂ ਤੋੜ ਲਿਆ ਕਹਿੰਦਾ ਬੜਾ ਸਿਆਪਾ ਛੜਿਆ ਮਾਰ ਦੇਣਗੇ ਕਾਹਦਾ ਵਿਆਹ ਕਰਾਇਆ। ਕਹਿੰਦਾ ਲੋਕ ਤਾਂ ਕਹਿੰਦੇ ਦੀ ਗੱਲ ਲੋਕਾਂ ਦੀ ਪੱਕੀ ਹੋ ਗਈ। ਹਾਂ ਕਹਿੰਦਾ ਲੋਕ ਕਹਿੰਦੇ ਵੀ ਤੈਨੂੰ ਮਾਰਨਾ ਹੋਊ ਕਹਿੰਦਾ ਗੱਲ ਤਾਂ ਪੱਕੀ ਹੋ ਗਈ। ਕਹਿੰਦਾ ਬੁੜੀ ਨਹੀਂ ਮੰਨੀ ਫਸਾ ਦੇ। ਕਹਿੰਦਾ ਹੁਣ ਇੱਥੇ ਰਾਜੇ ਕੋਲੇ ਕੌਣ ਸੁਣੂਗਾ। ਉਹ ਜਦੋਂ ਕਾਲ ਪਹੁੰਚ ਗਿਆ ਉੱਥੇ ਬਦਲਤੀ ਮੱਤ ਉਹਦੀ। ਉਹ ਕਹਿੰਦਾ ਵੀ ਤੁਸੀਂ ਮੈਨੂੰ ਫੜੀ ਜਾਂਦੇ ਹੋ ਕਿੱਧਰ ਲੈ ਜਾਂਦੇ ਹੋ। ਕਹਿੰਦੇ ਇਹ ਤਾਂ ਤੂੰ ਰਾਜੇ ਨੂੰ ਪੁੱਛੀ ਜਾ ਕੇ ਪਰ ਤੈਨੂੰ ਫਾਹੇ ਦੇਣਾ। ਕਹਿੰਦਾ ਮੈਂ ਕੀ ਕਰਿਆ ਮੈਂ ਮਾੜਾ ਕੰਮ ਤਾਂ ਕੋਈ ਕਰਿਆ ਨਹੀਂ ਯਾਰ। ਕਹਿੰਦੇ ਹਜੇ ਮਾੜਾ ਨਹੀਂ ਕਰਿਆ ਰਾਜੇ ਦੀ ਕੁੜੀ ਨੂੰ ਤਾਂ ਧੱਕਾ ਦੇ ਕੇ ਭੱਜਿਆ ਤੂੰ ਤੈਨੂੰ ਵਿਆਹੀ ਦੀ ਔਰੇ ਜਾ ਤੂੰ ਤਾਂ ਧੱਕਾ ਦੇਤਾ ਕਹਿੰਦਾ ਤੂੰ ਤਾਂ ਪਸ਼ੂ ਹੀ ਆ ਜਿਵੇਂ ਮੂਰਖ ਹੈ। ਕਹਿੰਦਾ ਮੈਨੂੰ ਰਾਜੇ ਕੋਲ ਤਾਂ ਲੈ ਚੱਲੋ। ਕਹਿੰਦੇ ਆ ਜਾ ਰਾਜੇ ਕੋਲ ਹੀ ਚੱਲਾਂਗੇ। ਜਦੋਂ ਰਾਜੇ ਕੋਲੇ ਗਏ ਰਾਜੇ ਨੂੰ ਕਹਿੰਦਾ ਜੀ ਮੇਥੋਂ ਕੀ ਕਸੂਰ ਹੋ ਗਿਆ ਮੈਨੂੰ ਫਾਹਾ ਕਿਉਂ ਦਿੰਦੇ ਹੋ। ਰਾਜਾ ਕਹਿੰਦਾ ਹਜੇ ਤੈਨੂੰ ਪਤਾ ਹੀ ਨਹੀਂ। ਕਹਿੰਦਾ ਦੱਸੋ ਤਾਂ ਸਹੀ। ਕਹਿੰਦਾ ਮੈਂ ਮੇਰੀ ਕੁੜੀ ਵਿਆਹੀ ਹੈ ਤੈਨੂੰ ਉਹ ਤਾਂ ਸਤਿਕਾਰ ਨਾਲ ਰੋਟੀ ਲੈ ਕੇ ਆਈ ਵੀ ਮੇਰਾ ਪਤੀ ਆ ਤੂੰ ਮਾਰਿਆ ਧੱਕਾ ਕੁੜੀ ਸਿੱਟਤੀ ਜਾ ਕੇ ਨਦੀ ਛਾਲ ਮਾਰੀ ਤੈਨੂੰ ਹਜੇ ਜਮਾਈ ਤੋਂ ਕੀ ਕਰਾਉਣਾ ਤੈਨੂੰ ਫਾਹੇ ਦੇਊਂ। ਉਹ ਕਹਿੰਦਾ ਬਾਦਸ਼ਾਹ ਮੇਰੀ ਇੱਕ ਗੱਲ ਸੁਣ। ਕਹਿੰਦਾ ਦੱਸ। ਕਹਿੰਦਾ ਬੰਦੇ ਦਾ ਕਰਮ ਹੈ ਕਹਿੰਦਾ ਦਿਆ ਕਰਨੀ ਗਊ ਗਰੀਬ 'ਤੇ। ਕਹਿੰਦਾ ਅੱਛਾ। ਕਹਿੰਦਾ ਕੁੜੀ ਤਾਂ ਤੇਰੀ ਰੋਟੀ ਜ਼ਰੂਰ ਲਿਆਈ ਮੈਨੂੰ ਪਤਾ ਹੈ। ਕਹਿੰਦਾ ਗਾਂ ਡੁੱਬ ਗਈ ਦੀ ਨੇਜੀ 'ਚ ਮੈਨੂੰ ਐਂ ਦੀ ਵੀ ਰੋਟੀ ਤਾਂ ਫੇਰ ਵੀ ਖਾ ਲੂੰ ਜੇ ਗਾਂ ਡੁੱਬ ਗਈ ਕਈ ਪੀੜ੍ਹੀਆਂ ਪਾਪ ਨਹੀਂ ਲੈਣਾ। ਕਹਿੰਦਾ ਗਾਂ ਕੱਢੀ ਹੈ ਤੇਰੀ ਮਰਜ਼ੀ ਆ ਫਾਂਸੀ ਦੇ ਰਾਜਾ ਕਹਿੰਦਾ ਬਹੁਤ ਸਿਆਣਾ ਉਹ ਗੱਲ ਤਾਂ ਇਹਨੇ ਬਲਾ ਵਧੀਆ ਕਰੀ ਹੈ ਕਿਉਂ ਕਰਮ ਪਿੱਛੇ ਹਟ ਕੇ ਫਿਰ ਕਾਲ ਹੋ ਗਿਆ ਬਰਾਬਰ ਜਾ ਕੇ। ਕਹਿੰਦਾ ਗੱਲ ਤਾਂ ਤੇਰੀ ਪੱਕੀ ਹੈ। ਕਹਿੰਦਾ ਛੱਡ ਦਿਓ ਬਈ ਇਹਨੂੰ। ਕਹਿੰਦਾ ਬਾਦਸ਼ਾਹ ਰੋਟੀ ਤਾਂ ਮੈਂ ਅੱਜ ਵੀ ਖਾ ਲੂੰਗਾ ਗਾਂ ਮਰ ਜਾਂਦੀ। ਕਹਿੰਦਾ ਕਈ ਪੀੜ੍ਹੀਆਂ ਕਹਿੰਦੇ ਨੇ ਗਾਂ ਦਾ ਪਾਪ ਨਹੀਂ ਲੈਣਾ ਹੁੰਦਾ। ਕਹਿੰਦਾ ਹਾਂ। ਕਹਿੰਦਾ ਫਿਰ ਮੈਂ ਤਾਂ ਉਹ ਪਰਉਪਕਾਰ ਕਰਨ ਗਿਆ ਸੀ ਵੀ ਰੋਟੀ ਦਾ ਕੀ ਹੈ। ਕਹਿੰਦਾ ਤੇਰੀ ਕੁੜੀ ਤਾਂ ਮੈਂ ਗੁੱਸਾ ਕਰ ਗਈ। ਕਹਿੰਦਾ ਮੈਂ ਤਾਂ ਪਰੇ ਕਰਦਾ ਸੀ। ਕਹਿੰਦਾ ਕਿਤੇ ਔਕੜ ਕੇ ਡਿੱਗ ਪਈ। ਵਧੀਆ ਗੱਲਾਂ ਲਾਤੀਆਂ ਔਡਰ ਅੰਦਰੋਂ ਦਿਮਾਗ ਨੇ। ਰਾਜਾ ਕਹਿੰਦਾ ਵਜ਼ੀਰ ਨੂੰ ਕਹਿੰਦਾ ਵੀ ਗੱਲ ਤਾਂ ਇਹਦੀ ਸਿਆਣੀ ਹੈ। ਵਜ਼ੀਰ ਕਹਿੰਦਾ ਜੀ ਗੱਲ ਤਾਂ ਫਿਰ ਸਿਆਣੀਆਂ ਗਊ ਡੁੱਬ ਜਾਣੀ ਪਾਪ ਤਾਂ ਆਪਾਂ ਨੂੰ ਵੀ ਲੱਗਦਾ ਅੱਜ ਆਪਣੇ ਰਾਜ ਦੇ ਵਿੱਚ ਸੀ। ਕਹਿੰਦਾ ਬਹੁਤ ਸਿਆਣਾ ਜਮਾਈ ਆ ਯਾਰ ਮੂਰਖ ਕਹੀ ਜਾਂਦੀ ਸੀ ਇਹ ਤਾਂ ਬੜੀ ਸੋਹਣੀ ਗੱਲ ਕਰੀ ਆ। ਜਾ ਕੇ ਕੁੜੀ ਨੂੰ ਰਾਜਾ ਕਹਿੰਦਾ ਪੁੱਤ ਤੂੰ ਉਹਨੂੰ ਮੂਰਖ ਨਾ ਸਮਝ। ਕਹਿੰਦੀ ਬਾਪੂ ਹੋਰ ਇਦੂ ਵੱਡਾ ਮੂਰਖ ਕੀ ਉਹ ਮਾਰੀ ਜਾਂਦਾ ਮੇਰੀ ਤਾਂ ਜਾਨ ਕੱਢਤੀ ਸੀ ਸਿਰ ਵੱਜਿਆ ਧਰਤੀ 'ਚ ਮੇਰਾ। ਕਹਿੰਦੀ ਗੱਲ ਹੀ ਨਹੀਂ ਸੁਣੀ ਉਹ ਗਈ ਥਾਲ ਰੋਟੀਆਂ ਵਾਲਾ ਕਹਿੰਦੀ ਧੱਕਾ ਦੇ ਕੇ ਖਾ ਲਿਆ ਕਰਕੇ ਭੱਜ ਲਿਆ। ਉਹ ਕਹਿੰਦਾ ਨਹੀਂ ਪੁੱਤ ਉਹਨੇ ਕਿਹਾ ਵੀ ਗਾਂ ਡੁੱਬ ਗਈ ਤੀ ਵੀ ਜਦੋਂ ਮੈਨੂੰ ਪਤਾ ਲੱਗਿਆ ਵੀ ਗਾਂ ਡੁੱਬਦੀ ਹੈ ਪਾਪ ਹੁੰਦਾ ਹੈ। ਕਹਿੰਦਾ ਮੈਂ ਤਾਂ ਭੱਜਿਆ ਤੀ ਉੱਥੋਂ ਵੀ ਰੋਟੀ ਤਾਂ ਮੈਂ ਫੇਰ ਵੀ ਖਾ ਲੂੰ। ਕਹਿੰਦੀ ਫੇਰ ਤਾਂ ਸਿਆਣਾ ਹੀ ਹੈ। ਕਹਿੰਦਾ ਪੁੱਤ ਗਾਂ ਬਚਾਤੀ ਗਾਂ ਡੁੱਬਦੀ ਤੀ। ਕਹਿੰਦੀ ਫੇਰ ਤਾਂ ਬਹੁਤ ਸਿਆਣਾ ਹੈ। ਭਾਈ ਮੇਲਾਂ ਛੱਡਤਾ। ਉਹ ਕੁੜੀ ਕਹਿੰਦੀ ਫਿਰ ਮੈਨੂੰ ਤੂੰ ਐਂ ਤਾਂ ਦੱਸ ਦਿੰਦਾ ਵੀ ਗਾਂ ਡੁੱਬ ਗਈ।
ਕਹਿੰਦਾ ਜਦੋਂ ਨੂੰ ਮੈਂ ਤੈਨੂੰ ਦੱਸਦਾ ਕਹਿੰਦਾ ਗਾਂ ਡੁੱਬ ਜਾਂਦੀ, ਫੇਰ ਗਿਆ ਦਾ ਕੀ ਫਾਇਦਾ ਦੀ, ਗਾਂ ਤਾਂ ਵਿਚਾਰੀ ਕਹਿੰਦਾ ਗੋਤੇ ਖਾਈ ਜਾਂਦੀ ਸੀ ਪਾਣੀ 'ਚ। ਕਹਿੰਦਾ ਜਾ ਕੇ ਮੈਂ ਪੂਛ ਫੜ ਕੇ ਖਿੱਚ ਕੇ ਮਸਾਂ ਬਾਹਰ ਕੱਢੀ ਹੈ। ਕਹਿੰਦੀ ਆ ਤਾਂ ਬਹੁਤ ਵਧੀਆ ਕਰਿਆ, ਤੂੰ ਤਾਂ ਬਹੁਤ ਸਿਆਣਾ, ਮੈਂ ਤਾਂ ਤੈਨੂੰ ਮੂਰਖੀ ਸਮਝਦੀ ਸੀ। ਕਹਿੰਦਾ ਬੰਦੇ ਦਾ ਕਰਮ ਹੈ ਗਊ ਗਰੀਬ 'ਤੇ ਰੱਖਿਆ ਕਰਨੀ। ਕਹਿੰਦੀ ਹਾਂ ਭਾਈ, ਲੱਗ ਗਿਆ ਮਹਿਲਾਂ 'ਚ ਰਹਿਣ, ਰਸਣ ਬਸਣ ਕਾਲ 'ਤੇ ਫਿਰ ਕਰਮ ਧਰਮ ਇਕੱਠੇ ਹੋ ਗਏ। ਕਹਿੰਦੇ ਕਿਉਂ ਵੀ? ਕਾਲ ਕਹਿੰਦਾ ਕਿਉਂ? ਕਹਿੰਦੀ ਹਾਂ, ਤੂੰ ਜਿੱਤ ਗਿਆ, ਮੈਂ ਤਾਂ ਹਾਰ ਗਈ, ਪਰ ਮੈਂ ਤਾਂ ਬਥੇਰਾ ਵਧਾਇਆ ਦੀ, ਢਹਿ ਜਾਣੇ ਨੂੰ ਮੱਤ ਹੀ ਨਹੀਂ ਆਈ। ਕਹਿੰਦੀ ਹੋਰ ਹੀ ਸਿਆਪਾ ਸੇੜ ਕਰਕੇ ਖੜ ਗਿਆ। ਕਹਿੰਦਾ ਜੇ ਨਾ ਜਾਂਦਾ ਫਾਈ ਟੰਗ ਦਿੰਦੇ, ਮੈਂ ਤੈਨੂੰ ਕਿਹਾ ਤੀ ਵੀ ਤੇਰਾ ਜ਼ੋਰ ਨਹੀਂ ਚੱਲਣਾ, ਜਿੱਥੇ ਮੈਂ ਵਗ ਗਿਆ ਮੇਰਾ ਚੱਲ ਜੂ। ਕਹਿੰਦੀ ਹਾਂ। ਕਹਿੰਦਾ ਮਾਰ ਦਿੰਦਾ ਰਾਜਾ, ਨੂੜ ਲਿਆਂਦਾ ਦੀ ਫਾਹੇ ਦਿੰਦੇ। ਕਹਿੰਦੀ ਵੀ ਮੇਰੇ ਹੱਥ ਖੜ੍ਹੇ ਨੇ, ਪਰ ਜਿੱਥੇ ਤੂੰ ਵਗ ਗਿਆ ਨਾ, ਕੋਈ ਉੱਥੇ ਕਿਸੇ ਦੀ ਪੀਰੀ ਨਹੀਂ ਚੱਲਦੀ, ਕਿਸੇ ਦੀ ਨਹੀਂ ਚੱਲਦੀ, ਤੂੰ ਸਭ ਤੋਂ ਸਖਤ ਤਕੜਾ ਹੈ। ਕਹਿੰਦਾ ਠੀਕ ਆ ਹੁਣ? ਕਹਿੰਦੀ ਠੀਕ ਆ। ਕਹਿੰਦਾ ਲੈ ਉਹ ਵੱਸਦਾ ਮੌਜ ਨਾਲ ਮਹਿਲਾਂ ਦੇ ਵਿੱਚ। ਕਹਿੰਦਾ ਉਹੀ ਕੁੜੀ ਆ, ਉਹੀ ਜ਼ਿਮੀਦਾਰ ਹੈ, ਵਧੀਆ ਆਪਦੀਆਂ ਗੱਲਾਂ ਕਰਦੇ ਨੇ ਕਬੀਲਦਾਰੀ ਦੀਆਂ। ਉਹ ਕਹਿਣ ਲੱਗੀ ਠੀਕ ਆ। ਅਤੇ ਕੁਛ ਚਿਰ ਉਹ ਮਹਿਲਾਂ ਦੇ ਵਿੱਚ ਜਦੋਂ ਰਹੇ, ਉਹ ਕੁੜੀ ਨੇ ਕਿਹਾ ਵੀ ਇਹਦੀ ਪ੍ਰੀਖਿਆ ਦਾ ਕਰਕੇ ਦੇਖਾਂ, ਜੱਟ ਹੈ ਫਿਰ ਵੀ। ਸਹੇਲੀਆਂ ਸੱਪੀਆਂ ਕਹਿਣ ਲੱਗ ਗਈਆਂ ਕਾਹਦਾ ਵਿਆਹ ਕਰਾਇਆ ਜੈ ਵੱਡੇ, ਜੇ ਜੱਟ ਨਾ ਕਰਾ ਲਿਆ। ਇਹਨਾਂ ਨੂੰ ਕੀ ਪਤਾ ਹੁੰਦਾ, ਹਾਲ ਵਾਹ ਹੁੰਦੇ ਨੇ, ਖੇਤਾਂ 'ਚ ਰਹਿਣ ਵਾਲੇ ਹੁੰਦੇ ਨੇ, ਬਾਦਸ਼ਾਹ ਦਾ ਪੁੱਤ ਬਾਦਸ਼ਾਹ ਹੀ ਹੁੰਦਾ। ਕਹਿੰਦੀ ਨਹੀਂ ਸਿਆਣਾ ਤਾਂ ਬਹੁਤ ਲੱਗਦਾ। ਕਹਿੰਦੀ ਕਿਤੇ ਪ੍ਰੀਖਿਆ ਤਾਂ ਲੈ ਕੇ ਦੇਖ ਲੈ ਇਹਦੀ। ਕਹਿੰਦੀ ਅੱਛਾ ਕਿ ਹਾਂ ਭਾਈ। ਉਹਨੇ ਚੰਗੀਆਂ ਕਿਸੇ ਪੁਰਾਣੀ ਗੋਲੀ ਨੂੰ ਪੁੱਛਿਆ ਵੀ ਦੱਸ ਵੀ ਮੈਂ ਇਹਦੀ ਕੀ ਪ੍ਰੀਖਿਆ ਲਵਾਂ, ਮੈਂ ਤਾਂ ਜਾਣਦੀ ਨਹੀਂ ਪ੍ਰੀਖਿਆ, ਤੁਸੀਂ ਵੱਡੀਆਂ ਨੂੰ ਪੁੱਛਦੀਆਂ ਹੁੰਦੀਆਂ, ਜਦੋਂ ਕੋਈ ਕੰਮ ਹੋਣ ਵਾਲੀਆਂ ਤਾਂ ਪੁੱਛਦੀਆਂ ਨਹੀਂ। ਜੇ ਅੱਗੇ ਕੰਮ ਅੜ ਜਾਂਦਾ ਨਾ ਫਿਰ ਸੱਸ ਨੂੰ ਪੁੱਛਦੀਆਂ, ਜੇ ਸੱਸ ਨਾ ਦੱਸਦੀ ਹਰਖ 'ਚ ਬੁੜੀ ਨੂੰ ਐਂ ਹੁੰਦਾ ਵੀ ਬਾਹਲੀਆਂ ਗੱਲਾਂ ਜਾਂ ਮਾਰਦੀ, ਆਪੇ ਹੀ ਕਰ ਲਏ। ਹੁਣ ਤੱਕਲਾ ਹੋ ਜਾਂਦਾ, ਬਾਹਲੀਆਂ ਨੂੰ ਤੱਕਲਾ ਨਾ ਕਰਨਾ ਹੁੰਦਾ ਚਰਖੇ ਦਾ। ਜਿਹੜੀਆਂ ਬੁੜੀਆਂ ਹੁੰਦੀਆਂ ਪੁਰਾਣੀਆਂ ਇਹ ਜਾਣਦੀਆਂ ਹੁੰਦੀਆਂ, ਕਹਿੰਦੀਆਂ ਦਿਖਾਣ ਦੇ ਲੈ ਜਾ, ਕਹਿੰਦੀ ਸੰਗ ਲੱਗੂਗਾ, ਚਰਖਾ ਚੱਕ ਕੇ ਲਿਜਾਣਾ ਪੈਂਦਾ ਦਿਖਾਣ ਦੇ। ਜਿਹੜੀ ਸਿਆਣੀ ਬੁੜੀ ਹੁੰਦੀ ਜਾਣ ਕੇ ਕਹਿੰਦੀ, ਜਾਣਦੀ ਤਾਂ ਹੁੰਦੀ ਵੀ ਦੇਖਾਂ ਭਲਾ ਭਾਈ, ਮੈਂ ਤਾਂ ਨਹੀਂ ਕਿਤੇ ਤੱਕਲਾ ਕਰਿਆ। ਕੁਝ ਤੱਕਲਾ ਹੋ ਜਾਂਦਾ, ਗਲੋਟਾ ਨਾ ਖੜਦਾ, ਗਲੋਟੇ ਦੇ ਉੱਤੇ ਤੰਦਣਾ ਚੰਗਾ ਉਹ ਬੁੜਕਣ ਲੱਗ ਜਾਂਦਾ, ਜਿਵੇਂ ਪਟਾ ਨਾ ਆਪਣਾ ਟੇਢਾ ਵਿੰਗਾ ਜਾਂਦਾ ਖੜਦਾ ਨਾ ਪੁਲੀ ਤੇ, ਤੱਕਲੇ ਦਾ ਇਹੀ ਕੰਮ ਸੀ। ਉਹ ਜਿਹੜੀ ਸਿਆਰ ਹੁੰਦੀ ਫਿਰ ਬੋਝ ਕੇ ਗਵਾਂਢਣ 'ਤੇ ਵਗ ਜਾਂਦੀ, ਤਾਈ ਘਰੇ ਆਈ ਕੰਮ ਆ। ਉਹ ਕਹਿੰਦੀ ਇੱਥੇ ਦੱਸਦੇ ਨਹੀਂ, ਘਰੇ ਆਇਆ, ਘਰੇ ਕੰਮ ਆ ਇੱਕ, ਜੋ ਘਰੇ ਆਇਆ ਦੀ ਬੋਝ ਕੇ ਕੰਨ 'ਚ ਦੱਸਦੀ ਮੇਰਾ ਤੱਕਲਾ ਹੋ ਗਿਆ, ਬੁੜੀ ਹੈ ਮੇਰੇ ਨਾਲ ਸੱਸ ਲੜੀ, ਮੇਰਾ ਤੱਕਲਾ ਹੀ ਕਰਦੇ। ਉਹ ਕਹਿੰਦੀ ਜੈ ਵੱਡੇ ਜੇ ਤੱਕਲਾ ਕਰਨ ਨੂੰ ਨਹੀਂ ਜਾਣਦੀ, ਕਹਿੰਦੀ ਮੈਨੂੰ ਕਿਹਨੇ ਤੱਕਲਾ ਕਰਨ ਸਿਖਾਇਆ। ਉਹ ਬੁੜੀ ਨੇ ਭਾਈ, ਉਹ ਬੁੜੀਆਂ ਨੂੰ ਪਤਾ ਜਾ ਹੁੰਦਾ, ਉਹਦੇ ਹੱਥ ਜਾ ਮਾਰੀ ਜਾਂਦੀਆਂ, ਜਦੋਂ ਵਿੰਗ ਜਾਂਦਾ ਹੱਥ ਜਾ ਮਾਰੀ ਜਾਂਦੀਆਂ। ਜੇ ਥੋੜ੍ਹਾ ਹੋਇਆ ਹੋ ਜਾਂਦਾ, ਜੇ ਬਾਹਲਾ ਦੀ ਫੇਰ ਤਾਂ ਮਿਸਤਰੀ ਵੀ ਕਰਦਾ ਮਚਾਕ 'ਤੇ ਧਰ ਕੇ। ਕਹਿੰਦੇ ਨਹੀਂ ਹੁੰਦੇ ਕਿ ਤੱਕਲੇ ਵਰਗਾ ਸਿੱਧਾ ਕਰਤਾ ਫਲਾਨਾ, ਗੱਲ ਚੱਲੀ ਵੀ ਹੈ। ਅਤੇ ਭਾਈ ਉਹਨੇ ਗੌਰ ਰੱਖੀ ਵੀ ਇਹ ਬੁੜੀ ਕਿਵੇਂ ਕਰਦੀ ਹੈ, ਗੌਰ ਰੱਖੀ। ਕਹਿੰਦੀ ਵੀ ਠੀਕ ਆ। ਕਹਿੰਦੀ ਇਹ ਕਹਾਂ ਵਾਸਤੇ ਹੋ ਜੇ ਨਾ। ਕਹਿੰਦੀ ਸਾਡੀ ਬੁੜੀ ਤਾਂ ਮੇਰੇ ਨਾਲ ਲੜੀ ਹੈ, ਤਾਂ ਜਵਾਬ ਦੇ ਕੇ ਕਹਿੰਦੀ ਜਾਣਦੀ ਤਾਂ ਹੈਗੀ, ਜਾਣ ਕੇ ਨਹੀਂ ਕਰਿਆ ਤੱਕਲਾ ਤਾਂ ਕਹਿੰਦੀ ਜਾਣਦੀ ਆ, ਅਸੀਂ ਵੀ ਇਹ ਤੋਂ ਸਿੱਖੀਆਂ। ਕਹਿੰਦੀ ਜਾਣ ਕੇ, ਕਹਿੰਦੀ ਉਹ ਕਹਿੰਦੀ ਨਹੀਂ ਤੱਕਲਾ ਨਾ ਕਰਿਆ, ਕਹਿੰਦੀ ਮੈਂ ਵੀ ਦੇਖਦੀ ਤੀ ਵੀ ਇਹਨੂੰ ਜਾਣਦੀ ਆ ਕੁਛ ਕਿ ਨਹੀਂ। ਪਹਿਲਾਂ ਵਾਲੀਆਂ ਬੁੜੀਆਂ ਇਹੀ ਜਿਹੀ ਪ੍ਰੀਖਿਆ ਲੈਂਦੀਆਂ, ਹੁਣ ਵਾਲਿਆਂ ਤਾਂ ਇਹ ਨਹੀਂ ਪਤਾ ਗੋਡਿਆਂ ਥੱਲੇ ਲੈ ਲੈਣ ਦੇਣ ਪ੍ਰੀਖਿਆ। ਹਾਂ ਹੁਣ ਕਿਉਂ ਹੋਣਾ ਨਾ ਬੰਦੇ ਦਾ ਡਰ ਲੁੱਟ ਜਾਣੀ, ਉਹ ਤਾਂ ਡਰਦੀਆਂ ਹੁੰਦੀਆਂ ਵੀ ਖੇਤੋਂ ਹਾਲੀ ਆਊ, ਪਤਾ ਨਹੀਂ ਪੁਰਾਣੀ ਉੱਤੀ ਤੋੜਦੇ ਅੱਕਿਆ ਆਊ ਬਲਦਾਂ ਦਾ। ਇੰਨਾ ਭੈ ਹੁੰਦਾ ਬੰਦੇ ਦਾ, ਜਦੋਂ ਹਾਲੀ ਅੰਦਰ ਵੜ ਜਾਂਦਾ ਨਾ ਭੱਜ ਕੇ ਜਾ ਕੇ ਬਲਦ ਫੜ ਲੈਂਦੀਆਂ ਵੀ ਪਤਾ ਨਹੀਂ ਕੀ ਕਹੂਗਾ, ਥੱਕਿਆ ਆਇਆ ਬਾਹਰੋਂ। ਅਤੇ ਹੁਣ ਤਾਂ ਮੈਂ ਕਹਿਣਾ ਜੇ ਬਾਹਰੋਂ ਬੰਦਾ ਆ ਗਿਆ ਪਾਣੀ ਦਾ ਕੀ ਪੁੱਛਣਾ, ਆਪਦਾ ਲੜਾਈ ਦਾ ਦੱਸਣਗਾ। ਅੱਜ ਤੁਹਾਡੀ ਬੁੜੀ ਨੇ ਮੈਨੂੰ ਐਂ ਕਿਹਾ, ਅੱਜ ਤੇਰੀ ਬੇਬੇ ਨੇ ਐਂ ਕਿਹਾ, ਪਹਿਲਾਂ ਨਹੀਂ ਦੁੱਖ ਸੁੱਖ ਪੁੱਛਣਾ ਵੀ ਖੇਤੋਂ ਆਇਆ ਭੁੱਖਾ ਤੇ ਹੈਗਾ। ਉਦੋਂ ਭੈ ਸੀ ਪਤੀ ਦਾ, ਡਰ ਸੀਗਾ। ਉਹ ਕਹਿਣ ਲੱਗੀ ਪੁਰਾਣੀ ਗੋਲੀ ਸੀ ਰੱਖੀ ਬਾਦਸ਼ਾਹ ਦੀ, ਉਹ ਕਹਿੰਦੀ ਅੱਬਲ ਤਾਂ ਤੂੰ ਐਂ ਕਰ ਰਹਿਣ ਦੇ ਇਹਦੀ ਪ੍ਰੀਖਿਆ ਨੂੰ। ਕਹਿੰਦੀ ਇਹ ਜੱਟ ਦਾ ਪੁੱਤ ਇਹਦਾ ਪਤਾ ਹੀ ਨਹੀਂ। ਕਹਿੰਦੇ ਨੇ ਜੱਟ ਦਾ ਕੁਹਾੜੇ ਪਾਟਿਆ ਮੂੰਹ ਹੁੰਦਾ। ਕਹਿੰਦੀ ਪ੍ਰੀਖਿਆ ਲੈਂਦੀ ਕਿਤੇ ਹੋਰ ਨਾ ਮਾਰ ਖਾ ਜੀ।
ਕਹਿੰਦੀ ਹਾਂ ਐ ਤਾਂ ਉਦੋਂ ਮਾਰ ਦੇਣੀ, ਧੱਕਾ ਮਾਰਿਆ ਢਹਿ ਜਾਣੇ ਨੇ, ਸਿਰ ਵੱਜਿਆ। ਕਹਿੰਦੀ ਗੱਲ ਤਾਂ ਤੇਰੇ ਵਾਲੇ, ਜ਼ਿਮੀਦਾਰ ਦਾ ਕੀ ਪਤਾ ਹੁੰਦਾ। ਕਹਿੰਦੀ ਫਿਰ ਤੈਨੂੰ ਮੈਂ ਐਂ ਕਹਿਣਿਆ ਵੀ ਤੂੰ ਇਹਦੀ ਬਾਹਲੀ ਪ੍ਰੀਖਿਆ ਜੀ ਨਾ ਲੈ। ਕਹਿੰਦੀ ਨਹੀਂ, ਮੈਨੂੰ ਕੁੜੀਆਂ ਕਹੀ ਜਾਂਦੀਆਂ ਨੇ ਤੂੰ ਜੱਟ ਦੇ ਪੁੱਤ ਨਾਲ ਵਿਆਹ ਕਰਾ ਲਿਆ। ਇਹਦੀ ਕੋਈ ਪ੍ਰੀਖਿਆ ਲੈ, ਐਡਾ ਦਿਮਾਗ ਨਹੀਂ ਹੁੰਦਾ। ਇਹ ਤਾਂ ਹਲਵਾਹ ਲੋਕ ਨੇ, ਘੱਟੇ 'ਚ ਰਹਿਣ ਵਾਲੇ ਨੇ, ਤੂੰ ਪਹਿਲਾਂ 'ਚ ਬਹਾ ਲਿਆ। ਕਹਿੰਦੀ ਕੁੜੀਆਂ ਨਹੀਂ ਮੇਰਾ ਖੜਾ ਛੱਡਦੀਆਂ, ਜਿਹੜੀਆਂ ਮੇਰੀਆਂ ਸਕੀਆਂ ਸਹੇਲੀਆਂ ਨੇ। ਉਹ ਕਹਿੰਦੀ ਕੋਈ ਨਾ, ਮੈਂ ਤੈਨੂੰ ਸੋਚ ਕੇ ਦੱਸੂਗੀ। ਉਹ ਕਹਿੰਦੀ ਚੰਗਾ। ਕਹਿੰਦੀ ਤੂੰ ਪੁਰਾਣੀ ਐ, ਤੂੰ ਬਾਦਸ਼ਾਹ ਦੇ ਮਹਿਲਾਂ 'ਚ ਬੜੇ ਚਿਰ ਦੀ ਉਮਰ ਲੰਘ ਗਈ ਤੇਰੀ, ਅਤੇ ਕੋਈ ਮੈਨੂੰ ਦੱਸ ਵੀ ਇਹਦੀ ਕੀ ਪ੍ਰੀਖਿਆ ਲੈਣੀ ਚਾਹੀਦੀ ਹੈ, ਕਿਵੇਂ ਬੰਦਾ ਇਹ, ਕਿਹਾ ਜਾ। ਉਹਨੇ ਸੋਚ ਕੇ ਵੀ ਹੁਣ ਇਹ ਕੁੜੀ ਵੀ ਖੇੜੇ ਪੈ ਗਈ, ਬਾਦਸ਼ਾਹ ਦੀ ਕੁੜੀ ਹੈ, ਇਹ ਨਹੀਂ ਹਟਦੀ। ਉਹਨੇ ਜਾ ਕੇ ਇੱਕ ਬ੍ਰਾਹਮਣ ਕੋਲੇ ਗਈ। ਕਹਿੰਦੀ ਮਹਾਰਾਜ, ਕਹਿੰਦਾ ਆਓ ਭਾਈ। ਕਿਉਂਕਿ ਵਿੱਦਿਆ ਇਹਨਾਂ ਕੋਲੇ ਸੀ, ਇਹਨਾਂ ਕੋਲ ਲੋਕ ਜਾਂਦੇ, ਚਾਹੇ ਝੂਠ ਤਪਾਨ ਕੁਛ ਕਹਿੰਦੇ ਉਹੀ ਮੰਨਦੇ, ਮੰਨਣਾ ਪੈਂਦਾ ਸੀਗਾ। ਕਹਿੰਦੀ ਪਤੀ ਦੀ ਪ੍ਰੀਖਿਆ ਲੈਣੀ ਹੋਵੇ ਕਿਵੇਂ ਲਈ ਜਾਂਦੀ ਹੈ। ਕਹਿੰਦਾ ਤੈਂ ਭਾਈ ਪ੍ਰੀਖਿਆ ਤੋਂ ਕਿ ਆਪਦੇ ਪਤੀ ਦੀ ਪ੍ਰੀਖਿਆ ਨਹੀਂ ਲਈ ਦੀ ਹੁੰਦੀ, ਪਤੀ ਪਰਮਾਤਮਾ ਹੁੰਦਾ। ਕਹਿੰਦੀ ਪਰਮਾਤਮਾ ਦੀ ਪ੍ਰੀਖਿਆ ਕਹਿੰਦਾ ਕੌਣ ਲੈ ਸਕਦਾ ਹੈ। ਤਾਂ ਕਹਿੰਦੀ ਪਰਮਾਤਮਾ ਹੁੰਦਾ ਪਤੀ ਤਾਂ, ਤੂੰ ਤਾਂ ਸਹੁਰੀਏ ਕਾਮਲੀ ਹੈ। ਉਹ ਪਹੁੰਚ ਕੇ ਪੰਡਤ ਨੂੰ ਕਹਿੰਦੀ ਮੈਂ ਨਹੀਂ ਲੈਣੀ ਆਪਦੇ ਪਤੀ ਦੀ ਪ੍ਰੀਖਿਆ। ਕਿ ਹੋਰ, ਕਹਿੰਦੀ ਬਾਦਸ਼ਾਹ ਦੀ ਕੁੜੀ ਹੈ। ਉਹ ਕਹਿੰਦੀ ਹੈ ਮੈਨੂੰ ਦੱਸ ਵੀ ਪਤੀ ਦੀ ਪ੍ਰੀਖਿਆ ਕਿਵੇਂ ਲਈ ਜਾਂਦੀ ਹੈ। ਪੰਡਤ ਕਹਿੰਦਾ ਰੁਪਈਆ ਤਾਂ ਇੱਕ ਧਰਿਆ, ਗੱਲਾਂ ਵੱਡੀਆਂ ਪੁੱਛਦੀਆਂ। ਕਿ ਉਹਨੇ ਆਖਿਆ ਰਾਜੇ ਦੀ ਕੁੜੀ ਹੈ, ਚੰਗਾ ਮਾਲ ਮਿਲੂਗਾ। ਕਹਿੰਦਾ ਸਵੇਰੇ ਆਈ, ਸਵੇਰੇ ਦੱਸੂਗਾ। ਭਈ ਉਹ ਗਈ। ਕਹਿੰਦੇ ਕਿਉਂ। ਕਹਿੰਦੀ ਪੰਡਤ ਨੇ ਰੁਪਈਆ ਤਾਂ ਮੈਂ ਇੱਕ ਧਰਤਾ ਦੀ। ਕਹਿੰਦੀ ਜਦੋਂ ਮੈਂ ਕਿਹਾ ਰਾਜੇ ਦੀ ਕੁੜੀ, ਕਹਿੰਦੀ ਢਹਿ ਜਾਣਾ। ਕਹਿੰਦਾ ਸਵੇਰੇ ਆਈ, ਪੈਸੇ ਵਾਲੇ ਭਾਲਦਾ। ਉਹ ਕਹਿੰਦੀ ਲੈ ਜਾ। ਪਰ ਪਤਾ ਲਿਆ ਬਈ ਉਹ ਤਾਂ 2-3 ਮੋਹਰਾਂ ਲੈ ਗਈ, ਜਾ ਕੇ ਮੱਥਾ ਟੇਕਿਆ ਪੰਡਤ ਨੂੰ। ਪੰਡਤ ਤਾਂ ਖੁਸ਼ ਹੋ ਗਿਆ ਵੀ ਬਣ ਗਿਆ ਕੰਮ ਤਾਂ, ਵੀ ਤਾਂ 1 ਰੁਪਈਏ ਦਿੰਦੀ ਦੀਆਂ ਮੋਹਰਾਂ ਆ ਗਈਆਂ, ਜਵਾਕਾਂ ਦਾ ਮੌਜ ਨਾ ਹੁਣ ਰੁਜ਼ਗਾਰ ਚੱਲੂ ਪਰਿਵਾਰ ਦਾ। ਉਹ ਕਹਿੰਦੀ ਦੱਸ ਮਹਾਰਾਜ ਵੀ ਬੰਦੇ ਦੀ ਜਨਾਨੀ ਕਿਵੇਂ ਪ੍ਰੀਖਿਆ ਲੈ ਸਕਦੀ ਹੈ, ਕੋਈ ਹੈ ਤੇਰੇ ਹਿਸਾਬ ਕਿਤਾਬ 'ਚ ਗੱਲ। ਪੰਡਤ ਨੇ ਆਖਿਆ ਬੜੇ ਫਸਾਏ ਨੇ, ਹੁਣ ਮੋਹਰਾਂ ਲੈ ਬੈਠੇ, ਬਾਦਸ਼ਾਹ ਦੀ ਕੁੜੀ ਹੈ। ਕਹਿੰਦਾ ਐਂ ਕਰ, ਮੈਂ ਸਵੇਰੇ ਆਪਦਾ ਪੱਤਰਾ ਸੋਧ ਕੇ ਦੱਸੂ, ਸਵੇਰੇ ਆਈ। ਕਹਿੰਦੀ ਮਹਾਰਾਜ ਸਵੇਰੇ ਵੀ ਪੂਜਾ ਲੈਂਗਾ। ਕਹਿੰਦਾ ਸਹੁਰੀਏ ਖਾਲੀ ਹੱਥ ਨਹੀਂ ਮੱਥਾ ਟੇਕੀ ਦਾ ਹੁੰਦਾ। ਉਹਨੇ ਆਖਿਆ ਕਾਹਦਾ ਪੰਡਤ 'ਚ ਫਸੀ ਆ, ਤਾਂ ਰੋਜ਼ ਹੀ ਕਹਿੰਦਾ ਕਰੂ ਸਵੇਰੇ ਆਈ। ਭਾਈ ਰਾਜੇ ਦੀ ਕੁੜੀ ਕੋਲੇ ਗਈ। ਕਹਿੰਦੀ ਕਿਉਂ। ਕਹਿੰਦੀ ਪੰਡਤ ਕਹਿੰਦਾ ਮੈਂ ਹਜੇ ਪੱਤਰਾ ਸੋਧ ਕੇ ਦੱਸੂਗਾ, ਕਹਿੰਦਾ ਸਵੇਰੇ ਆਈ। ਕਹਿੰਦੀ ਸਵੇਰੇ ਫੇਰ ਮੰਗੂ ਮੋਹਰਾਂ। ਕਹਿੰਦੀ ਕੋਈ ਨਾ ਲੈ ਜਾ। ਪੰਡਤ ਨੇ ਬਈ ਉਹ ਗੋਲੀ ਪੂੜੀ ਪੁਰਾਣੀ, ਦਿਨ ਚੜ੍ਹਿਆ, ਪੰਡਤ ਨੇ ਪੂਜਾ ਪਾਠ ਆਪਦਾ ਕਰਿਆ, ਬੈਠਾ ਗਾ, ਭਜਨ ਭੁਜਨ ਕਰ ਲਿਆ, ਜਾ ਟੇਕਿਆ ਮੱਥਾ, ਮੋਹਰਾਂ ਫੇਰ ਧਰਤੀਆਂ। ਕਹਿੰਦੀ ਬਾਬਾ ਅੱਜ ਨਹੀਂ ਮੈਂ ਮੁੱਢਦੀ, ਦੱਸ ਦੇ ਸਿੱਧੀ ਗੱਲ ਆ। 3 ਦਿਨ ਹੋ ਗਏ। ਕਹਿੰਦੀ ਹਜੇ ਤੇਰਾ ਪੱਤਰਾ ਇਸ ਨਹੀਂ ਸੋਧਿਆ ਗਾ, ਤੈਨੂੰ ਪਤਾ ਹੀ ਨਹੀਂ ਲੱਗਿਆ। ਉਹ ਕਹਿਣ ਲੱਗਿਆ ਦੇਖ, ਪਹਿਲਾ ਨੰਬਰ ਤਾਂ ਕਹਿੰਦਾ ਇਸਤਰੀ ਪਤੀ ਦਾ ਪ੍ਰਤਿਆਵਾ ਲੈਣਾ ਬਹੁਤ ਮਨੇ ਹੈ। ਕਹਿੰਦੀ ਅੱਛਾ। ਜੇ ਪ੍ਰਤਿਆਵੇ ਦੇ ਵਿੱਚ ਕੱਚਾ ਪੱਕਾ ਨਿਕਲ ਗਿਆ, ਜ਼ਿੰਮੇਵਾਰੀ ਉਹ ਇਸਤਰੀ ਨੂੰ ਭੁਗਤਣੀ ਪੈ ਜੂ। ਕਹਿੰਦੀ ਠੀਕ ਆ। ਕਹਿੰਦਾ ਪਤੀ ਦਾ ਪ੍ਰਤਿਆਵਾ ਲੈਣਾ ਬਹੁਤ ਮਾੜਾ ਹੁੰਦਾ, ਜਿਨ੍ਹਾਂ ਨੇ ਲਿਆ ਬੜਾ ਦੁੱਖ ਪਾਇਆ, ਜਿਨ੍ਹਾਂ ਨੇ ਇਸਤਰੀ ਦਾ ਪ੍ਰਤਿਆਵਾ ਲਿਆ ਬੜਾ ਦੁੱਖ ਪਾਇਆ। ਕਹਿੰਦੀ ਮਹਾਰਾਜ ਠੀਕ ਆ। ਕਹਿੰਦੀ ਬਾਦਸ਼ਾਹ ਦੀ ਕੁੜੀ ਆ, ਮੰਨਦੀ ਨਹੀਂ, ਮੈਂ ਕੀ ਕਰਾਂ। ਉਹ ਕਹਿਣ ਲੱਗਾ ਮੇਰੇ ਕੋਲ ਹੀ ਕੁੜੀ ਨੂੰ ਲਿਆਈ। ਉਹਨੇ ਆਖਿਆ ਮੋਹਰਾਂ ਫੇਰ ਲਊ। ਵੀ ਕਾਹਦਾ ਇਹਨੇ ਕਾਹਦਾ ਦੱਸਣਾ, ਹੁਣ ਪਹਿਲਾਂ ਤਾਂ ਸਾਤੋਂ ਹੁਣ ਉਹ ਤੋਂ ਲਊ, 2 ਤੋਂ ਮੋਹਰਾਂ ਲਊ। ਕਹਿੰਦੀ ਬਾਬਾ ਸਾਤੋਂ 2 ਤੋਂ ਮੋਹਰਾਂ ਲਵਾਂਗਾ। ਕਹਿੰਦਾ ਨਾ ਰਾਜੇ ਦੀ ਕੁੜੀ ਭੇਟਾ ਕਰਦੇ, ਤੂੰ ਨਹੀਂ ਹੁਣ ਕਰਨੀ। ਉਹ ਰਾਜੇ ਦੀ ਕੁੜੀ ਨੂੰ ਤਾਂ ਬੜੀ ਉੱਧਰ ਦੀ ਡੀਕ। ਕਹਿੰਦੀ ਕਿਉਂ ਦੱਸ। ਕਹਿੰਦੀ ਅੱਜ ਪੁੱਛਣਾ ਪੰਡਤ ਕਹਿੰਦਾ ਤੈਨੂੰ ਜਾਣਾ ਪਊ ਕੁੜੀਏ। ਕਹਿੰਦੀ ਮੈਨੂੰ ਜਾਣਾ ਪਊ। ਕਹਿੰਦੀ ਹਾਂ। ਕਹਿੰਦੀ ਮੇਰੇ ਪਿਓ ਤੋਂ ਪੁੱਛਣਾ ਪਊ ਮੈਨੂੰ। ਕਹਿੰਦੀ ਨਾ। ਉਹ ਕਹਿੰਦਾ ਉਹ ਆਵੇ ਸ਼ਾਮੀ, ਪਰ ਭੇਟਾ ਤਾਂ ਹੀ ਕਰਨੀ ਹੈ, ਮੈਂ ਨਹੀਂ ਕਰਨੀ। ਹੁਣ ਕਹਿੰਦਾ ਵੀ ਮੈਥੋਂ ਵੀ ਕੁੜੀ ਭੇਟਾ ਕਰੂਗੀ, ਫੇਰ ਮੈਂ ਦੱਸੂਗਾ।
ਭਈ ਉਹ ਆਪਦੇ ਪਿਓ ਕੋਲੇ ਵਗ ਗਈ। ਪਹਿਲਾਂ ਤਾਂ ਮਾਂ ਨੂੰ ਕਿਹਾ, ਕੁੜੀ ਕਤਰੀ ਕਦੇ ਵੀ ਆ ਮਾਂ ਤੋਂ ਚੀਜ਼ ਮੰਗਦੀ ਹੁੰਦੀ ਹੈ। ਇਹ ਚੀਜ਼ ਲੈਣੀ ਹੈ ਪਿਓ ਨੂੰ ਨਹੀਂ ਕਹਿੰਦੀ, ਮਾਂ ਨੂੰ ਕਹੂ, ਮਾਂ ਗਾਹਾਂ ਪਿਓ ਨੂੰ ਕਹੂ ਵੀ ਇਹ ਕੁੜੀ ਮੇਰੇ ਗਲ ਪਈ ਆ, ਆਹ ਚੀਜ਼ ਦੇ ਦੇ। ਸਿੱਧੀ ਚੀਜ਼ ਨਹੀਂ ਕੁੜੀ ਮਾਂ ਪਿਓ ਤੋਂ ਮੰਗਦੀ। ਕੋਈ ਬਿਰਲੀ ਦਾ ਫਸਕ ਦੀ ਮੰਗ ਲੈਣੀ, ਮੰਗਦੀ ਨਹੀਂ। ਉਹ ਕਹਿੰਦੀ ਮੈਂ ਤੇਰੇ ਪਿਓ ਨੂੰ ਕਹੂੰਗੀ। ਉਹ ਰਾਜਾ ਆਇਆ, ਕਹਿੰਦੀ ਬਾਦਸ਼ਾਹ ਇੱਕ ਆਪਣੀ ਕੁੜੀ ਗਲ ਪਈ ਖੜੀ ਆ ਗੱਲ ਦੀ। ਕਹਿੰਦਾ ਦੱਸ। ਕਹਿੰਦੀ ਉਹ ਕਹਿੰਦੀ ਆ ਪਤੀ ਦੀ ਪ੍ਰੀਖਿਆ ਲੈਣੀ ਆ। ਕਹਿੰਦੀ ਮੈਂ ਤਾਂ ਕਹਿੰਦਾ ਹੈ ਕਾਂਵਲੀ ਆ ਕੁੜੀ, ਕਿਤੇ ਆਪਦੇ ਪਤੀ ਦੀ ਪ੍ਰੀਖਿਆ ਲਈ ਦੀ ਹੁੰਦੀ ਆ। ਕਹਿੰਦੀ ਮੰਨਦੀ ਨਹੀਂ, ਬੜੇ ਚਿਰ ਦੀ ਕਹਿੰਦੀ ਲੱਗੀ ਆ ਇਸ ਕੰਮ 'ਤੇ। ਕਹਿੰਦੀ ਹੁਣ ਪੰਡਤ ਕੋਲੇ ਜਾਣਾ, ਆਪਣਾ ਜਿਹੜਾ ਕੁਲ ਪੁਰੋਹਿਤ ਹੈ, ਜਜਮਾਨ ਆਪਾਂ ਉਹਦੇ। ਦੱਸ ਫਿਰ। ਕਹਿੰਦੀ ਉਹ ਕਹਿੰਦੇ ਮੇਰੇ ਪਿਓ ਨੂੰ ਪੁੱਛ ਲਾ। ਰਾਜਾ ਕਹਿਣ ਲੱਗਾ ਮਾੜੀ ਗੱਲ ਆ, ਚੰਗੀ ਤਾਂ ਹੈ ਨਹੀਂ ਇਹ। ਕਹਿੰਦੀ ਚੱਲ ਨਿਆਣੀ ਆ, ਖੜੇ ਪਈ ਆ। ਕਹਿੰਦਾ ਵਗ ਜੇ। ਕਹਿੰਦੀ ਲੈ ਪੁੱਤ ਤੇਰੇ ਪਿਓ ਨੇ ਤਾਂ ਕਹਿਦਾ ਵਗ ਜੇ, ਪਰ ਬਾਹਲੀ ਗੱਲਬਾਤ ਨਾ ਕਰੀ ਜ਼ਿਆਦੇ। ਕਹਿੰਦੀ ਚੰਗਾ। ਨਾਲ ਉਹ ਲੈ ਲਈ ਵੀ ਜਾ ਰਹੀਆਂ ਪੰਡਤ ਦੇ ਟੇਕੀਆਂ ਮੋਹਰਾਂ ਖਾਸੀਆਂ ਲੈ ਗਈ ਬਾਦਸ਼ਾਹ ਦੀ ਕੁੜੀ ਦੀ। ਕਹਿੰਦੀ ਬਾਬਾ ਦੱਸ। ਉਹ ਕਹਿਣ ਲੱਗਿਆ ਬੇਟਾ ਤੂੰ ਧੱਕਾ ਕਰਦੀ ਹੈ, ਪਤੀ ਦੀ ਇਸਤਰੀ ਦਾ ਹੱਕ ਨਹੀਂ ਪ੍ਰੀਖਿਆ ਲੈਣੀ, ਹਜੇ ਪਤੀ ਪ੍ਰੀਖਿਆ ਲੈ ਲੈਂਦਾ ਹੁੰਦਾ, ਇਹਦੇ ਵਿੱਚ ਨੁਕਸਾਨ ਹੁੰਦਾ ਆਪਦਾ। ਕਹਿੰਦੀ ਨਾ ਮੈਨੂੰ ਕੁੜੀਆਂ ਬਹੁਤ ਤੰਗ ਕਰਦੀਆਂ ਵੀ ਜੱਟ ਨਾਲ ਵਿਆਹ ਕਰਾ ਲਿਆ, ਜੱਟ ਕੀ ਜਾਣਦੇ ਹੁੰਦੇ ਨੇ, ਤੂੰ ਬਾਦਸ਼ਾਹ ਦੇ ਪੁੱਤ ਨਾਲ ਵਿਆਹ ਕਰਾਉਣਾ ਤੀ, ਮੈਂ ਦਿਮਾਗ ਦੇਖਣਾ ਉਹਦਾ ਵੀ ਕਿੱਡਾ ਕੁ ਹੈ। ਇੱਕ ਗੱਲ 'ਚ ਤਾਂ ਕਹਿੰਦੀ ਵਧੀਆ ਹੀ ਰਿਹਾ, ਪਰ ਉਦੋਂ ਕਹਾਂ ਹਜੇ ਮੈਂ ਤਾਂ ਦਿਮਾਗ ਦੇਖਣਾ ਵੀ ਦਿਮਾਗ ਦਾ ਕਿਵੇਂ ਹੈ। ਕਹਿੰਦਾ ਅੱਛਾ। ਕਹਿੰਦਾ ਹਾਂ। ਭਾਈ ਉਹਨੇ ਆਪਦਾ ਵੇਦ ਦਾ ਇੱਧਰ 4 ਬੱਤੀ ਲਟਾਏ, ਇੱਧਰ ਹੁਣ ਵੇਦਾਂ 'ਚ ਕਦੋਂ ਲਿਖਿਆ ਹੁੰਦਾ ਜੀ ਪਤੀ ਦਾ ਦਿਮਾਗ ਕਿਵੇਂ ਦੇਖਣਾ। ਉਹਨੇ ਆਖਿਆ ਵੀ ਫਸ ਕੇ ਕੁੜੀ ਨਹੀਂ ਖਹਿੜਾ ਛੱਡਦੀ, ਹੁਣ ਨਹੀਂ ਖਹਿੜਾ ਛੱਡਦੀ। ਕਹਿੰਦਾ ਰਾਜੇ ਦੀ ਕੁੜੀ ਇਹਦਾ ਇਹ ਨਹੀਂ ਪਤਾ। ਕਹਿੰਦਾ ਰਾਜੇ ਨੂੰ ਕਹਿੰਦੇ ਦੱਸਿਆ ਨਹੀਂ, ਕਹਿੰਦਾ ਫੜ ਕੇ ਕਹਿੰਦਾ ਸਜ਼ਾ ਦੇ ਦੇ। ਕਾਹਦਾ। ਕਹਿੰਦਾ ਮੋਹਰਾਂ ਲਈਆਂ, ਸਿਆਪਾ ਹੀ ਛੇੜ ਲਿਆ ਆਪਾਂ ਤਾਂ। ਉੱਠ ਕੇ ਪੰਡਤ ਨਹੀਂ ਕੋਲੇ ਵਗ ਗਿਆ ਅੰਦਰ। ਕਹਿੰਦਾ ਬਹਿ ਜਾਓ ਪੁੱਤ ਮਾੜਾ ਜਾ। ਕਹਿੰਦਾ ਮੈਂ ਤਾਂ ਲਾਲਚ 'ਚ ਫਸ ਗਿਆ। ਕਹਿੰਦੀ ਕਿਉਂ। ਕਹਿੰਦਾ ਰਾਜੇ ਦੀ ਕੁੜੀ ਆ ਪੁੱਛਦੀ ਆ, ਕੋਈ ਵੇਦ ਸ਼ਾਸਤਰ ਤਾਂ ਇਹ ਗੱਲ ਲਿਖੀ ਨਹੀਂ, ਮੈਂ ਇਹਨੂੰ ਕੀ ਦੱਸਾਂ। ਮੈਂ ਤਾਂ ਮੋਹਰਾਂ ਦੇ ਲਾਲਚ 'ਚ ਕੁੜੀ ਸੱਦ ਲਈ। ਕਹਿੰਦਾ ਮੋਹਰਾਂ ਤਾਂ ਲਾ ਗਈ ਢੇਰੀ, ਪਰ ਕਹਿੰਦਾ ਕੰਮ ਤਾਂ ਖਰਾਬ ਹੋ ਗਿਆ। ਕਹਿੰਦੀ ਮਰ ਜਾਣਿਆ ਸਜ਼ਾ ਨਾ ਕਰਦੇ, ਰਾਜ ਹੈ। ਕਹਿੰਦਾ ਵੇਦ ਸ਼ਾਸਤਰ ਤਾਂ ਗੱਲ ਹੀ ਨਹੀਂ ਲਿਖੀ, ਤੂੰ ਦੱਸ ਫਿਰ ਵੀ ਜਨਾਨੀ ਆ ਕੋਈ, ਤੁਹਾਡੇ ਕੋਲੇ ਹੋਵੇ ਹਿਸਾਬ ਕਿਤਾਬ ਕੋਈ ਕਿਹਾ ਜਾ। ਕਹਿੰਦੀ ਮੈਂ ਤੈਨੂੰ ਕੀ ਦੱਸਾਂ, ਮੈਂ ਤਾਂ ਤੇਰੀ ਨਹੀਂ ਪ੍ਰੀਖਿਆ ਲਈ, ਮੈਂ ਕਿਸੇ ਦੇ ਬਾਰੇ ਕੀ ਦੱਸ ਦੂੰਗੀ। ਕਹਿੰਦਾ ਆਪਾਂ ਤਾਂ ਫਸ ਗਏ ਕਸੂਤੇ ਫਿਰ। ਕਹਿੰਦਾ ਰਾਜੇ ਦੀ ਕੁੜੀ ਹੈ, ਜੇ ਨਾ ਦੱਸਿਆ ਗਿਆ ਤਾਂ ਤੜਕੇ ਨੂੰ ਐ ਨਹੀਂ ਪਤਾ ਲਾ ਕੇ ਹੱਥ ਖੜੀ ਰਾਜਾ ਮੈਨੂੰ ਲੈ ਜੇ। ਕਹਿੰਦੀ ਮੈਂ ਤਾਂ ਕੁਛ ਨਹੀਂ ਦੱਸ ਸਕਦੀ। ਕਹਿੰਦਾ ਫਿਰ ਹੁਣ ਮੈਂ ਕਿਵੇਂ ਕਰਾਂ। ਕਹਿੰਦੀ ਵੀ ਮੈਂ ਕੀ ਕਰਾਂ, ਹੁਣ ਜਾਨ ਛੜਾ ਆਪਦੀ। ਕਹਿੰਦਾ ਬੜਾ ਸਿਆਪਾ ਛੜਿਆ, ਕਾਹਦਾ ਲਾਲਚ ਕਰੇ ਤਾਂ ਫਸ ਗਿਆ ਪਤਾ। ਉਹ ਭਾਈ ਕੁੜੀ ਬਾਹਰ ਬੈਠੀ ਅਤੇ ਜਿਹੜੀ ਨਾਲ ਵੱਡੀ ਬਜ਼ੁਰਗ ਉਹ ਕਹਿੰਦੀ ਆ ਜਾਓ ਬਾਬਾ ਬਾਹਰ, ਅਸੀਂ ਵੀ ਜਾਣਾ ਹੈ। ਕਹਿੰਦਾ ਆਉਣਾ ਭਾਈ। ਕਹਿੰਦੀ ਦੱਸੋ ਫਿਰ ਕੁਛ, ਹੁਣ ਕੁੜੀ ਨੂੰ ਦੱਸੋ ਜਾਣਾ ਅਸੀਂ ਵੀ, ਮਹਿਲਾਂ ਤੇ ਕਦੋਂ ਦੇ ਆਏ ਹਾਂ ਅਸੀਂ, ਸਾਨੂੰ ਵੀ ਮਗਰੋਂ ਐ ਨਹੀਂ ਪਤਾ ਸੱਦਣ ਨਾ ਕੋਈ ਆ ਜੇ। ਉਹ ਪੰਡਤ ਕਹਿਣ ਲੱਗਿਆ ਤੈਨੂੰ ਪੁੱਤ ਮੈਂ ਘਰੀ ਦੱਸ ਕੇ ਆਊਂ, ਹਜੇ ਮੇਰੇ ਜੋਸਤ ਵਿੱਦਿਆ 'ਚ ਇਹ ਗੱਲ ਆਈ ਨਹੀਂ। ਕਹਿੰਦੀ ਚੰਗਾ ਘਰੇ ਦੱਸਿਆ ਜੀ। ਭਾਈ ਪੰਡਤ ਨਹੀਂ ਕਹਿੰਦੀ ਕਿਉਂ। ਕਹਿੰਦਾ ਮੈਂ ਤਾਂ ਕੁੜੀ ਲਾਰਾ ਜਿਹਾ ਲਾ ਕੇ ਠਾ ਦੀ ਕਰਾਂ ਘਰੋਂ। ਕਹਿੰਦਾ ਮੈਂ ਉਹਨੂੰ ਕਿਹਾ ਸੀ 5-7 ਦਿਨਾਂ ਨੂੰ ਤੈਨੂੰ ਘਰੇ ਦੱਸਿਆ ਆਊਂ। ਕਹਿੰਦੀ ਸਿਆਪਾ ਛੇੜ ਲਿਆ ਤਾਂ ਆਪਣਾ, ਤੂੰ ਤਾਂ ਮਰੇਗਾ ਨਾ ਸਾਨੂੰ ਵੀ ਮਰਵਾਏਗਾ। ਕਹਿੰਦੀ ਰਾਜ ਗਓ ਬਾਲ ਗਓ ਘੀਸ ਗਓ ਤੀਆ। ਕਹਿੰਦੀ ਰਾਜੇ ਗਓ ਪੈ ਜਾਣਾ, ਇਹ ਕੁੜੀ ਪੈ ਗਈ ਗਓ, ਤੈਨੂੰ ਹੁਣ ਖਹਿੜਾ ਛਡਾਉਣਾ ਔਖਾ ਹੋ ਜੂ। ਤੂੰ ਉਦਣ ਹੀ ਕਹਿੰਦਾ ਵੀ ਕੋਈ ਪ੍ਰੀਖਿਆ ਨਹੀਂ ਹੁੰਦੀ। ਕਹਿੰਦਾ ਮੈਨੂੰ ਲਾਲਚ ਹੋ ਗਿਆ। ਕਹਿੰਦਾ ਹਾਏ ਵਾਰੀ ਮੱਥਾ ਮੋਹਰਾਂ ਦਾ ਟਿਕਦਾ ਤੀ। ਕਹਿੰਦੀ ਮਰਵਾਏਗਾ ਨਾ, ਇਹ ਆਪ ਮਰੇਗਾ, ਹੁਣ ਨਹੀਂ ਕੋਈ ਇਲਾਜ ਬਣਨਾ। ਉਹ ਕਹਿਣ ਲੱਗਿਆ ਕਹਿੰਦਾ ਇੱਕ ਰੋਹੀ ਸੰਤ ਰਹਿੰਦੇ ਨੇ, ਮੈਂ ਸੰਤਾਂ ਕੋਲੇ ਜਾਣਾ। ਬਈ ਗਿਆ ਅਤੇ ਜਾ ਕੇ ਸੰਤਾਂ ਨੂੰ ਮੱਥਾ ਟੇਕ ਕੇ ਬਹਿ ਗਿਆ, ਸੰਤਾਂ ਦੀ ਖੁੱਲ੍ਹੀ ਸਮਾਧੀ। ਕਹਿੰਦੇ ਆ ਵੀ ਮਹਾਰਾਜ।
ਉਦੋਂ ਬਹੁਤ ਇੱਜ਼ਤ ਤੀ ਇਹਨਾਂ ਦੀ, ਬਰਮ ਰੂਪ ਮੰਨਿਆ ਜਾਂਦਾ ਤੇ ਇਹਨਾਂ ਨੂੰ ਉਦੋਂ ਕਰਮ ਕਿਰਿਆ ਤੇ ਹੀ ਪੂਰੇ ਦੀ। ਹੁਣ ਤਾਂ ਮੀਟ ਤੇ ਸ਼ਰਾਬ ਤੇ ਲਾ ਦਿੰਦੇ ਨੇ ਝੂਟੀ, ਉਦੋਂ ਨਹੀਂ ਸੀ ਪੰਡਤ ਇਹੋ ਜਿਹਾ ਕੁਛ ਕਰਦਾ। ਕਹਿੰਦਾ ਮਹਾਰਾਜ ਤੁਹਾਡੇ ਕੋਲ ਇੱਕ ਕੰਮ ਆਇਆ। ਸੰਤ ਕਹਿੰਦੇ ਕੰਮ ਦਾ ਤਾਂ ਲੱਗ ਗਿਆ ਪਤਾ ਕੀ ਆਇਆ। ਕਹਿੰਦਾ ਬਾਹਮਣਾ ਲਾਲਚ 'ਚ ਫਸ ਗਿਆ ਮਰੇਗਾ। ਬੜਾ ਸਿਆਪਾ ਛੱਡਿਆ ਜੋ ਹੁਣ ਸਾਧ ਨੇ ਵੀ ਕਹਿਤਾ ਹੁਣ ਤਾਂ ਅੜ ਗਏ ਕਸੂਤੇ। ਕਹਿੰਦਾ ਹਾਂ ਬਾਬਾ ਥੋੜ੍ਹਾ ਜਿਹਾ ਹੋ ਤਾਂ ਗਿਆ ਸੀ। ਕਹਿੰਦਾ ਪੰਗਾ ਰਾਜੇ ਦੀ ਧੀ ਨਾਲ ਲੈ ਲਿਆ। ਕਹਿੰਦਾ ਗੱਲ ਸਿਰੇ ਨਹੀਂ ਤੇਥੋਂ ਲੱਗਣੀ। ਕਹਿੰਦਾ ਬਾਬਾ ਤੁਸੀਂ ਕਿਵੇਂ ਕਰੋ ਵੀ ਮੇਰਾ ਤੁਸੀਂ ਖਹਿੜਾ ਛਡਾਓ, ਮੈਂ ਤਾਂ ਕਸੂਤਾ ਫਸ ਗਿਆ। ਰਾਜਾ ਤਾਂ ਜੇ ਨਾ ਗੱਲ ਹੋਈ ਕਹਿੰਦਾ ਮਾਰ ਦੂੰ, ਮੈਨੂੰ ਤਾਂ ਮੈਂ ਤਾਂ ਮੋਹਰਾਂ ਦਾ ਉਹਨਾਂ ਦੇ ਕਹਿੰਦਾ ਖਾਸੀਆਂ ਮੱਥਾ ਟਕਾਈ ਬੈਠਾ। ਕਹਿੰਦਾ ਤਾਂ ਹੀ ਤਾਂ ਤੈਨੂੰ ਮੈਂ ਕਹਿਣਾ ਵੀ ਤੂੰ ਤਾਂ ਪੰਗਾ ਲੈ ਲਿਆ ਪੰਡਤਾ, ਕਸੂਤਾ ਲੋਭ 'ਚ ਆ ਕੇ ਬਾਦਸ਼ਾਹ ਉਹ। ਕਹਿੰਦਾ ਜੀ ਐਂ ਤਾਂ ਮੈਂ ਕਹਿਣਾ ਵੀ ਦੱਸੋ ਵੀ। ਕਹਿੰਦਾ ਕੀ ਗੱਲ ਹੈ। ਕਹਿੰਦਾ ਜੀ ਐਂ ਹੈ ਵੀ ਬੰਦੇ ਦੀ ਪ੍ਰੀਖਿਆ ਵੀ ਲੈਣੀ ਹੈ, ਬੰਦਾ ਵੀ ਦੇਖਣਾ। ਕਹਿੰਦਾ ਬਹੁਤ ਮਾੜੀ ਗੱਲ ਹੈ, ਬੰਦੇ ਦੀ ਪਤੀ ਦੀ ਪ੍ਰੀਖਿਆ ਤਾਂ ਇਸਤਰੀ ਨੂੰ ਚਾਹੀਦੀ ਨਹੀਂ ਲੈਣੀ। ਪਤੀ ਪ੍ਰੀਖਿਆ ਲੈ ਸਕਦਾ ਹੁੰਦਾ। ਕਹਿੰਦਾ ਇਹਦੀ ਪ੍ਰੀਖਿਆ ਬੰਦੇ ਵਾਸਤੇ ਤਾਂ ਬਹੁਤ ਮਾੜੀ ਹੈ। ਪਤੀ ਪਰਮਾਤਮਾ ਹੁੰਦਾ ਕਹਿੰਦਾ ਇਸਤਰੀ ਦਾ। ਕਹਿੰਦਾ ਜੀ ਮੈਂ ਤਾਂ ਲਾਲਚ 'ਚ ਫਸ ਗਿਆ, ਮੇਰਾ ਖਹਿੜਾ ਛਡਾਓ। ਰਾਜਾ ਕਹਿੰਦਾ ਕੈ ਕੇ ਜਵਾਕ ਚੱਲੇ ਨੇ। ਕਹਿੰਦਾ ਜੀ ਇੱਕ ਜਵਾਕ ਹੈ, ਇੱਕ ਕੁੜੀ ਹੈ। ਕਹਿੰਦਾ ਅੱਛਾ। ਕਹਿੰਦਾ ਹਾਂ। ਕਹਿੰਦਾ ਗੱਲ ਸੁਣ ਲਾ, ਰਾਤੇ ਰਾਤ ਲੈ ਕੇ ਸਮਾਨ ਭਾਜਾ, ਤੇਰਾ ਖਹਿੜਾ ਖੂੜਾ ਨਹੀਂ ਛੁੱਟਣਾ ਨਹੀਂ। ਕਹਿੰਦਾ ਅੱਛਾ ਜੀ। ਕਹਿੰਦਾ ਹਾਂ ਤੇਰਾ ਮਸਲਾ ਹੱਲ ਹੋਣ ਵਾਲਾ ਨਹੀਂ। ਕਹਿੰਦਾ ਤਾਂ ਸਿਆਪਾ ਛੇੜ ਲਿਆ। ਕਹਿੰਦਾ ਚੱਕ ਕੇ ਸਮਾਨ ਭੱਜ ਜਾ। ਹੁਣ ਪੰਡਤ ਦੇ ਕਿਹੜਾ ਘਰੇ ਮਗਰ ਨੀਰੇ ਦੇ ਕੁੱਪ ਲੱਗੇ ਸੀ। ਹਾਂ ਉਦੋਂ ਬੱਤ ਜਿਹਾ ਕੰਮ ਹੁੰਦਾ। ਭਾਈ ਆ ਗਿਆ ਪੰਡਤ ਨਹੀਂ ਕਹਿੰਦੀ ਕੁਛ ਬਣਿਆ। ਕਹਿੰਦਾ ਬਣਿਆ ਕੀ ਆ, ਚੁੱਪ ਕਰਕੇ ਜਿਹੜੇ 4 ਸੂਟ ਨੇ ਪਾ ਲਾ ਟਰੰਕ 'ਚ। ਕਹਿੰਦੀ ਕਿਉਂ। ਕਹਿੰਦਾ ਭੱਜਾਂਗੇ ਰਾਤ ਨੂੰ ਅੱਜ। ਕਹਿੰਦੀ ਕੀ ਗੱਲ। ਕਹਿੰਦੇ ਸੰਤ ਵੀ ਕਹਿੰਦੇ ਭੈੜਾ ਕੰਮ ਆ, ਭੱਜ ਆਏ ਮਸਲਾ ਹੱਲ ਹੋਣ ਵਾਲਾ ਨਹੀਂ। ਕਹਿੰਦੀ ਭੱਜ ਕੇ ਕਹਿੰਦੇ ਜੇ ਰਾਜਾ ਛੱਡੂ ਕਿੱਥੇ ਆਪਾਂ ਨੂੰ।